ਸਤਿ ਸ੍ਰੀ ਅਕਾਲ ਜੀ। ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ ਜੀ ਫਿਊਚਰ ਪੁਆਇੰਟ ਮੁਕਤਸਰ ਦੇ ਵਿੱਚ। ਮੈਂ ਨਰਿੰਦਰਪਾਲ ਸਿੰਘ ਆਮ ਦੀ ਤਰ੍ਹਾਂ ਇੱਕ ਫਿਰ ਖਾਸ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਕੁਝ ਦਿਨਾਂ ਤੋਂ ਇੱਕ ਵੀਡੀਓ ਦੀ ਲੜੀ ਚਲਾ ਰਹੇ ਹਾਂ। ਇਹਦੇ ਵਿੱਚ ਅਸੀਂ ਇੱਕ ਟੌਪਿਕ ਡਿਸਕਸ ਕਰਦੇ ਹਾਂ, ਪਰ ਜਿਵੇਂ ਜਿਵੇਂ ਸਾਡੇ ਕੋਲ ਐਗਜ਼ਾਮ ਦਾ ਸਮਾਂ ਹਜੇ ਤੱਕ ਫਿਲਹਾਲ ਕੋਈ ਸਮਾਂ ਡੇਟ ਸਾਨੂੰ ਅਨਾਉਂਸਮੈਂਟ ਨਹੀਂ ਹੋਈ, ਪਰ ਜਿਹੜਾ ਪੜ੍ਹਨ ਦਾ ਪੀਰੀਅਡ ਹੈ ਉਹ ਤਾਂ ਸਾਡਾ ਚੱਲ ਰਿਹਾ। ਹੁਣ ਅਸੀਂ ਥੋੜਾ ਜਿਹਾ ਚੇਂਜ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਚੇਂਜ ਦੇ ਰਾਹੀਂ ਅਸੀਂ ਥੋੜਾ ਜਿਹਾ ਸਟੱਡੀ ਦੇ ਵਿੱਚ ਇੱਕ ਥੋੜਾ ਜਿਹਾ ਇੰਟਰਸਟਿੰਗ ਮੈਥਡ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਰੋਚਕਤਾ ਬਣੀ ਰਹੇ ਸਾਡੇ ਦਰਮਿਆਨ। ਕਿਉਂਕਿ ਰੋਚਕਤਾ ਇੱਕ ਐਸੀ ਚੀਜ਼ ਹੈ ਜਿਹਦੇ ਆਧਾਰ ਤੇ ਅਸੀਂ ਆਪਦੀ ਸਟੱਡੀ ਨੂੰ ਕੰਟੀਨਿਊ ਕਰ ਸਕਦੇ ਹਾਂ। ਕਿਉਂਕਿ ਰੋਚਕਤਾ ਜਿਹੜੀ ਸਾਡੀ ਇੰਟਰਸਟ ਹੈ, ਸਾਡੀ ਰੁਚੀ ਹੈ, ਸਾਈਕੋਲੋਜੀਕਲੀ ਸਟੱਡੀ ਦਾ ਬੇਸ ਹੈ ਸਾਡੀ ਦਾ। ਜ਼ਿਆਦਾ ਗੱਲਾਂ ਨਾ ਕਰਦੇ ਹੋਏ ਡਾਇਰੈਕਟ ਰੂਪ ਦੇ ਵਿੱਚ ਜੋ ਸਿੱਧੀ ਗੱਲਬਾਤ ਹੈ ਕਿ ਸਾਡੇ ਕੋਲ ਸਟੱਡੀ ਦਾ ਬਹੁਤ ਸਾਰਾ ਮਟੀਰੀਅਲ ਹੁੰਦਾ ਹੈ, ਤੇ ਅਸੀਂ ਉਸ ਮਟੀਰੀਅਲ ਨੂੰ ਇਸ ਤਰੀਕੇ ਨਾਲ ਪੜ੍ਹਦੇ ਹਾਂ ਕਿ ਪੜ੍ਹਦੇ ਜਾਂਦੇ ਹਾਂ, ਪਿੱਛੇ ਅਸੀਂ ਛੱਡਦੇ ਜਾਂਦੇ ਹਾਂ। ਮਤਲਬ ਕਿ ਜਿਵੇਂ ਬਹੁਤ ਚੀਜ਼ਾਂ ਜਿਹੜੀਆਂ ਸਾਨੂੰ ਡਾਇਰੈਕਟ ਰੂਪ 'ਚ ਯਾਦ ਨਹੀਂ ਹੁੰਦੀਆਂ। ਕਈ ਅਜਿਹੀਆਂ ਕਿਤਾਬਾਂ ਆਈਆਂ ਮਾਰਕੀਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ਼ਾਰਟ ਦੇ ਵਿੱਚ ਕੁਐਸਚਨ ਦਿੱਤੇ ਹੋਏ ਨੇ, ਡਾਇਰੈਕਟ ਕੁਐਸਚਨ ਤੇ ਉਹਦੀਆਂ 4 ਆਪਸ਼ਨਾਂ ਤੇ ਉਹਦਾ ਆਨਸਰ ਦਿੱਤਾ ਹੋਇਆ। ਮਿਕਸ ਕੁਐਸਚਨ ਹੋਣਗੇ ਸਾਡੇ ਕੋਲੇ। ਇਸ ਤਰ੍ਹਾਂ ਦੇ ਜੇ ਅਸੀਂ ਮੈਥਡ ਦੀ ਅਪਲਾਈ ਕਰਾਂਗੇ ਤਾਂ ਐਸੇ ਮੈਥਡ ਦਾ ਸਾਡੇ ਉੱਤੇ ਬਹੁਤ ਜ਼ਿਆਦਾ ਅਸਰ ਹੋਏਗਾ ਤੇ ਸਾਡੀ ਯਾਦ ਸ਼ਕਤੀ ਜਿਹੜੀ ਹੈਗੀ ਆ ਉਹ ਹੋਰ ਤੇਜ਼ ਹੋਏਗੀ। ਸੋ ਅਸੀਂ ਐਸੇ ਇੱਕ ਉਪਰਾਲੇ ਨੂੰ ਲੈ ਕੇ ਤੁਹਾਡੇ ਲਈ ਇੱਕ ਵੀਡੀਓ ਬਣਾਉਣ ਦਾ ਸੰਕਲਪ ਸ਼ੁਰੂ ਕੀਤਾ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਹੈਗਾ ਮਿਕਸ ਕੁਐਸਚਨ ਕਰਾਂਗੇ। ਹਿਸਟਰੀ ਦੇ ਵੀ ਹੋਣਗੇ, ਪੋਲੀਟੀਕਲ ਸਾਇੰਸ ਦੇ ਵੀ ਹੋਣਗੇ। ਜਿਹੜਾ ਸਾਡਾ ਇਹ ਵੀਡੀਓ ਹੈ SST ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੋਏਗਾ। ਸੋ ਅਸੀਂ ਕੁਐਸਚਨਾਂ ਵੱਲ ਚੱਲਦੇ ਹਾਂ ਜੀ। ਕੁਐਸਚਨ ਤੇ ਮੈਂ ਉਹਦੀਆਂ 4 ਆਪਸ਼ਨਾਂ ਬੋਲਾਂਗਾ, ਨਾਲ ਉਹਦਾ ਆਨਸਰ ਦੱਸਾਂਗਾ। ਸਾਡੇ ਕੋਲ ਪਹਿਲਾ ਕੁਐਸਚਨ ਹੈ ਜੀ, ਕਲਹਨ ਦੀ ਰਚਨਾ ਰਾਜ ਤਰੰਗਣੀ ਦਾ ਵਿਸ਼ਾ ਕੀ ਹੈ? ਕਲਹਨ ਦੀ ਰਚਨਾ ਰਾਜ ਤਰੰਗਣੀ ਦਾ ਵਿਸ਼ਾ ਕੀ ਹੈ? ਪਹਿਲਾਂ ਤਾਂ 2 ਕੁਐਸਚਨ ਇਹਦੇ ਵਿੱਚੋਂ ਆਪਣੇ ਆਪ ਬਣ ਜਾਂਦੇ। ਰਾਜ ਤਰੰਗਣੀ ਕਿਸ ਨੇ ਲਿਖੀ ਹੈ? ਤਾਂ ਕਲਹਨ ਦੀ ਰਚਨਾ ਹੈ। ਕਲਹਨ ਦੀ ਰਚਨਾ ਰਾਜ ਤਰੰਗਣੀ ਦਾ ਵਿਸ਼ਾ ਕੀ ਹੈ? ਸਾਡੇ ਕੋਲ 4 ਆਪਸ਼ਨਾਂ ਦਿੱਤੀਆਂ ਜੀ। ਕਸ਼ਮੀਰ ਦਾ ਇਤਿਹਾਸ, ਲਾਹੌਰ ਵੰਸ਼ ਦਾ ਵਰਣਨ, ਅਰਥ ਸ਼ਾਸਤਰ ਅਤੇ ਰਾਜਨੀਤੀ। ਤਾਂ ਇੱਥੇ ਸਾਡੇ ਕੋਲੇ ਆਨਸਰ ਬਣੂਗਾ ਕਸ਼ਮੀਰ ਦਾ ਇਤਿਹਾਸ। ਜਿਹੜਾ ਕਲਹਨ ਸੀ ਉਹ ਲਾਹੌਰ ਵੰਸ਼ ਦੇ ਜਿਹੜੇ ਸ਼ਾਸਕ ਸੰਸਥਾਪਕ ਸੀ ਜੈ ਸਿੰਘ, ਉਹਦਾ ਕਵੀ ਸੀਗਾ। ਠੀਕ ਹੈ ਜੀ। ਨੈਕਸਟ ਸਾਡੇ ਕੋਲੇ ਕੁਐਸਚਨ ਹੈ, ਬਹੁਤ ਮਹੱਤਵਪੂਰਨ ਕੁਐਸਚਨ ਹੈ ਰਾਜੇ। ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸਨ? 4 ਆਪਸ਼ਨਾਂ ਦਿੱਤੀਆਂ ਜੀ। ਸ਼ੰਕਰਾਚਾਰੀਆ, ਰਾਮਾਨੰਦ, ਚੈਤਨਿਆ ਮਹਾਪ੍ਰਭੂ ਤੇ ਰਾਮਾਨੰਦ ਸਾਗਰ। ਤਾਂ ਸਾਡੇ ਕੋਲੇ ਸੀਗੇ ਜਿਹੜੇ ਪਹਿਲੀ ਆਪਸ਼ਨ ਹੈ ਸਾਡੀ ਸ਼ੰਕਰਾਚਾਰਿਆ। ਇਹ ਭਗਤੀ ਮੂਵਮੈਂਟ ਦੇ ਸੰਸਥਾਪਕ ਸੀਗੇ। 4 ਮੱਠਾਂ ਦੀ ਖੋਜ ਕੀਤੀ ਸੀਗੀ ਸ਼ੰਕਰਾਚਾਰੀਆ ਨੇ। ਸ਼ੰਕਰਾਚਾਰੀਆ ਦੇ ਜਿਹੜੇ ਵਿਚਾਰ ਹੈ ਉਹ ਅਦੈਤਵਾਦ ਦਰਸ਼ਨ ਦੇ ਹੈਗੇ ਆ। ਨੈਕਸਟ ਬਹੁਤ ਵਧੀਆ ਕੁਐਸਚਨ ਹੈ ਸਾਡੇ ਕੋਲੇ, ਸਮੰਤਵਾਦ ਕਿਸ ਤਰ੍ਹਾਂ ਦੀ ਵਿਵਸਥਾ ਸੀ? ਸਮੰਤਵਾਦ ਕਿਸ ਤਰ੍ਹਾਂ ਦੀ ਵਿਵਸਥਾ ਸੀ? ਇਹ ਸ਼ਹਿਰੀ ਵਿਵਸਥਾ ਸੀ, ਇਹ ਪੇਂਡੂ ਵਿਵਸਥਾ ਸੀ, ਉਪਰੋਕਤ ਦੋਨੇ ਸੀ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਤਾਂ ਇਹ ਇੱਕ ਪੇਂਡੂ ਵਿਵਸਥਾ ਸੀ। ਮੁਗਲ ਕਾਲ ਵਿੱਚ ਵਤਨ ਜੰਗੀਰਾਂ, ਮੁਗਲ ਕਾਲ ਦੇ ਵਿੱਚ ਵਤਨ ਜਗੀਰਾਂ ਕਿਸ ਨੂੰ ਦਿੱਤੀਆਂ ਜਾਂਦੀਆਂ ਸਨ? ਮੁਗਲ ਕਾਲ ਦੇ ਵਿੱਚ ਜਿਹੜੀਆਂ ਵਤਨ ਜਗੀਰਾਂ ਸੀ ਉਹ ਰਾਜਪੂਤਾਂ ਨੂੰ ਦਿੱਤੀਆਂ ਜਾਂਦੀਆਂ ਸਨ। ਆਜ਼ਾਦ ਹਿੰਦ ਫੌਜ ਦਾ ਮੁੱਢਲਾ ਸੰਸਥਾਪਕ ਕੌਣ ਹੈ? ਹੇਠ ਲਿਖਿਆਂ ਵਿੱਚੋਂ ਆਜ਼ਾਦ ਹਿੰਦ ਫੌਜ ਦਾ ਮੁੱਢਲਾ ਸੰਸਥਾਪਕ ਕੌਣ ਹੈ? ਸੁਭਾਸ਼ ਚੰਦਰ ਬੋਸ, ਰਾਸ ਬਿਹਾਰੀ ਬੋਸ, ਕੈਪਟਨ ਮੋਹਨ ਸਿੰਘ, ਲਾਲਾ ਹਰਦਿਆਲ। ਤਾਂ ਇਸ ਦਾ ਆਨਸਰ ਹੈ ਜੀ ਕੈਪਟਨ ਮੋਹਨ ਸਿੰਘ। ਆਜ਼ਾਦ ਹਿੰਦ ਫੌਜ ਦੀ ਸਥਾਪਨਾ ਦਾ ਵਿਚਾਰ ਜਿਹੜਾ ਸੀ ਕੈਪਟਨ ਮੋਹਨ ਸਿੰਘ ਦਾ ਸੀਗਾ। 1 ਸਤੰਬਰ 1942 ਨੂੰ ਇਸ ਦੀ ਸਥਾਪਨਾ ਹੋਈ ਸੀ, ਪਰ ਇਹ ਅਸਲ ਵਿੱਚ ਅਸਫਲ ਰਹੀ ਸੀ ਉਸ ਸਮੇਂ। ਉਸ ਤੋਂ ਬਾਅਦ ਰਾਸ ਬਿਹਾਰੀ ਬੋਸ ਨੇ 1943 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਤੇ ਸੁਭਾਸ਼ ਚੰਦਰ ਬੋਸ ਨੇ ਇਸ ਦੇ ਸੈਨਾਪਤੀ ਬਣੇ ਸਨ। ਇਸ ਦੇ ਵਿੱਚ 4 ਬ੍ਰਿਗੇਡ ਸੀਗੇ। ਪਹਿਲੀ ਸਾਡੇ ਕੋਲੇ ਸੁਭਾਸ਼ ਬ੍ਰਿਗੇਡ, ਗਾਂਧੀ ਬ੍ਰਿਗੇਡ, ਨਹਿਰੂ ਬ੍ਰਿਗੇਡ ਅਤੇ ਔਰਤਾਂ ਦੇ ਲਈ ਸੀ ਜਿਹੜੀ ਲక్ష్ਮੀ ਬਾਈ ਰੈਜੀਮੈਂਟ ਬਣਾਈ ਗਈ ਸੀ। ਨੈਕਸਟ ਜੀ, ਮਾਂਟੇਗਿਊ ਚੈਮਸਫੋਰਡ ਸੁਧਾਰ ਅਧਿਨਿਯਮ 1919। ਮਾਂਟੇਗਿਊ ਚੈਮਸਫੋਰਡ ਸੁਧਾਰ ਅਧਿਨਿਯਮ 1919 ਦਾ ਸਬੰਧ ਕਿਸੇ ਨੇ ਗੱਲ ਕਹੀ ਸੀ, ਇਹ ਗੱਲ ਸਮਝੋ। ਸਾਨੂੰ ਬਿਨਾਂ ਸੂਰਜ ਤੋਂ ਸਵੇਰ ਦਿੱਤੀ ਗਈ ਹੈ। ਸਾਨੂੰ ਬਿਨਾਂ ਸੂਰਜ ਤੋਂ ਸਵੇਰ ਦਿੱਤੀ ਗਈ ਹੈ। ਇਹ ਕਿਸ ਨੇ ਕਹੀ ਸੀਗੀ? ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ। ਆਨਸਰ ਹੈ ਜੀ
ਬਾਲ ਗੰਗਾਧਰ ਤਿਲਕ ਨੇ ਇਹ ਗੱਲ ਕਹੀ ਸੀ। ਕਿਹੜੇ ਅੰਗਰੇਜ਼ ਅਧਿਕਾਰੀ ਦੇ ਕਾਰਜਕਾਲ ਵਿੱਚ ਉੱਚ ਪਦ ਤੇ ਭਾਰਤੀਆਂ ਦੀ ਨਿਯੁਕਤੀ ਕੀਤੀ ਜਾਣੀ ਸ਼ੁਰੂ ਹੋ ਗਈ ਸੀ? ਕਿਹੜੇ ਅੰਗਰੇਜ਼ ਕਾਰਜਕਾਲੀ ਤੇ ਸਮੇਂ ਦੇ ਦਰਮਿਆਨ ਭਾਰਤੀਆਂ ਦੀ ਜਿਹੜੀ ਨਿਯੁਕਤੀ ਸੀ ਉੱਚ ਪੱਧਰ ਤੇ ਸ਼ੁਰੂ ਹੋ ਗਈ ਸੀਗੀ? ਲਾਰਡ ਕਲਾਈਵ, ਲਾਰਡ ਕੈਨਿੰਗ, ਲਾਰਡ ਵਿਲੀਅਮ ਬੈਂਟਿਕ, ਲਾਰਡ ਰਿਪਨ। ਲਾਰਡ ਵਿਲੀਅਮ ਬੈਂਟਿਕ ਇਹਦਾ ਆਨਸਰ ਹੈ ਜੀ। ਲਾਰਡ ਵਿਲੀਅਮ ਬੈਂਟਿਕ ਦੇ ਸਮੇਂ ਭਾਰਤੀਆਂ ਦੀ ਉੱਚ ਪਦਾਂ ਦੇ ਉੱਤੇ ਨਿਯੁਕਤੀ ਹੋਣੀ ਸ਼ੁਰੂ ਹੋ ਗਈ ਸੀ। 1806 ਦੇ ਵਿੱਚ ਜਿਹੜੇ ਸੀਗੇ ਉਸ ਸਮੇਂ ਸਾਡੇ ਕੋਲੇ ਜਿਹੜਾ ਬਹੁਤ ਜ਼ਿਆਦਾ ਰੋਸ ਚੱਲ ਰਿਹਾ ਸੀ ਜਾਤੀਵਾਦ ਦਾ, ਤੇ ਲਾਰਡ ਵਿਲੀਅਮ ਬੈਂਟਿਕ ਹੀ ਇੱਕ ਐਸੇ ਸੀਗੇ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਪ੍ਰਥਾਵਾਂ ਚੱਲ ਰਹੀਆਂ ਸੀ, ਸਤੀ ਪ੍ਰਥਾ ਹੋ ਗਈ, ਕੰਨਿਆ ਹੱਤਿਆ ਹੋ ਗਈ, ਐਸੀਆਂ ਕਈ ਚੀਜ਼ਾਂ ਨੂੰ ਇਹਨਾਂ ਨੇ ਠੱਲ ਪਾਈ ਸੀ। ਪਲਾਸੀ ਦੀ ਲੜਾਈ 1757 ਦਾ ਕਿਹੜਾ ਨਤੀਜਾ ਅਢੁਕਵਾਂ ਹੈ? ਸਮਝੋ ਗੱਲ ਨੂੰ। ਪਲਾਸੀ ਦੀ ਲੜਾਈ 1757 ਦਾ ਕਿਹੜਾ ਨਤੀਜਾ ਅਢੁਕਵਾਂ ਹੈ? ਪਹਿਲਾ, ਕੰਪਨੀ ਨੂੰ ਆਰਥਿਕ ਲਾਭ। ਦੂਜਾ, ਭਾਰਤ ਨੂੰ ਜਿੱਤਣ ਦਾ ਰਾਹ ਪੱਧਰ ਹੋਣਾ। ਤੀਜਾ, ਫਰਾਂਸੀਸੀਆਂ ਦੀ ਸ਼ਕਤੀ ਵਿੱਚ ਵਾਧਾ। ਚੌਥਾ, ਬੰਗਾਲ ਦੀ ਅਸਲ ਮਾਲਕ ਕੰਪਨੀ ਦਾ ਬਣਨਾ। ਆਨਸਰ ਸੀ ਈ, ਫਰਾਂਸੀਸੀਆਂ ਦੀ ਸ਼ਕਤੀ ਵਿੱਚ ਵਾਧਾ। ਨੈਕਸਟ ਜੀ, ਵਿਲੀਅਮ ਬੈਂਟਿਕ ਨੇ ਕਿਹੜੇ ਸੁਧਾਰ ਜਿਹੜੇ ਸਮਾਜ ਵਿੱਚ ਕੀਤੇ ਸਨ ਤੇ ਇਹਨਾਂ ਵਿੱਚੋਂ ਕਿਹੜੇ ਵਿੱਚ ਯੋਗਦਾਨ ਨਹੀਂ ਪਾਇਆ ਸੀ? ਹੇਠ ਲਿਖਿਆਂ ਵਿੱਚੋਂ ਕਿਹੜੇ ਸੁਧਾਰ ਵਿੱਚ ਉਸਨੇ ਯੋਗਦਾਨ ਨਹੀਂ ਪਾਇਆ ਸੀ? ਤਾਂ ਸਤੀ ਪ੍ਰਥਾ ਤੇ ਰੋਕ ਲਾਈ ਸੀ, ਇਹ ਸਹੀ ਹੈ ਜੀ। ਮਨੁੱਖੀ ਬਲੀ ਤੇ ਰੋਕ ਲਾਈ ਸੀ, ਇਹ ਸਹੀ ਹੈ ਜੀ। ਬਾਲ ਵਿਆਹ ਤੇ ਰੋਕ ਲਾਈ ਸੀ, ਇਹ ਗਲਤ ਹੈ ਜੀ। ਬਾਲ ਵਿਆਹ ਤੇ ਰੋਕ ਨਹੀਂ ਲਾਈ ਸੀ ਉਹਨਾਂ ਨੇ। ਕੰਨਿਆ ਹੱਤਿਆ ਤੇ ਰੋਕ ਲਾਈ ਸੀ। ਤਾਂ ਆਨਸਰ ਹੈ ਸਾਡਾ ਬਾਲ ਵਿਆਹ ਤੇ ਰੋਕ ਨਹੀਂ ਲਾਈ ਸੀ। ਠੀਕ ਹੈ ਜੀ। ਨੈਕਸਟ ਜੀ ਅਸੀਂ ਅਗਲਾ ਕੁਐਸਚਨ ਕਰਦੇ ਹਾਂ। ਕਿਹੜੇ ਅੰਗਰੇਜ਼ ਅਧਿਕਾਰੀ ਨੇ ਲਾਰਡ ਕਾਰਨਵਾਲਿਸ ਦੁਆਰਾ ਸਥਾਪਿਤ ਪ੍ਰਾਂਤਕ ਅਦਾਲਤਾਂ ਨੂੰ ਖਤਮ ਕਰ ਦਿੱਤਾ ਸੀ? ਕੁਐਸਚਨ ਸਮਝੋ। ਕਿਹੜੇ ਅੰਗਰੇਜ਼ ਅਧਿਕਾਰੀ ਨੇ ਲਾਰਡ ਕਾਰਨਵਾਲਿਸ ਦੁਆਰਾ ਸਥਾਪਿਤ ਪ੍ਰਾਂਤਕ ਅਦਾਲਤਾਂ ਨੂੰ ਖਤਮ ਕਰ ਦਿੱਤਾ ਸੀ? ਆਨਸਰ ਹੈ ਜੀ ਸਾਡੇ ਕੋਲੇ ਆਪਸ਼ਨਾਂ ਬੋਲਦਾ ਪਹਿਲਾਂ ਮੈਂ। ਲਾਰਡ ਕਲਾਈਵ, ਵਿਲੀਅਮ ਬੈਂਟਿਕ, ਲਾਰਡ ਡਲਹੌਜੀ, ਲਾਰਡ ਮਿੰਟੋ। ਆਨਸਰ ਹੈ ਜੀ ਵਿਲੀਅਮ ਬੈਂਟਿਕ, ਜਿਨ੍ਹਾਂ ਨੇ ਇਸ ਦੀ ਜਿਹੜੀ ਸੀਗੀ ਪ੍ਰਾਂਤਕ ਅਦਾਲਤਾਂ ਨੂੰ ਖਤਮ ਕਰਤਾ ਸੀਗਾ। ਨੈਕਸਟ ਜੀ ਸਾਡੇ ਕੋਲੇ, ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ? ਆਰਟੀਕਲ 19A, ਆਰਟੀਕਲ 21, ਆਰਟੀਕਲ 17, ਆਰਟੀਕਲ 25। ਆਨਸਰ ਹੈ ਜੀ ਆਰਟੀਕਲ 19A। ਕਿਹੜੇ ਮੁਗਲ ਸ਼ਾਸਕ ਨੇ ਆਪਣੀ ਆਤਮ ਕਥਾ ਲਿਖੀ ਸੀ? ਹੇਠ ਲਿਖਿਆਂ ਵਿੱਚੋਂ ਕਿਹੜੇ ਮੁਗਲ ਸ਼ਾਸਕ ਨੇ ਆਪਣੀ ਆਤਮ ਕਥਾ ਲਿਖੀ ਸੀ? ਹਾਂਜੀ ਆਨਸਰ ਹੈ ਜੀ, ਆਪਸ਼ਨਾਂ ਬੋਲਦਾ ਜੀ। ਅਕਬਰ, ਹਿਮਾਯੂ, ਸ਼ਾਹਜਹਾਂ, ਬਾਬਰ। ਕਿਸ ਨੇ ਲਿਖੀ ਸੀ ਜੀ? ਬਾਬਰ ਨੇ ਲਿਖੀ ਸੀਗੀ ਜੀ। ਬਾਬਰ ਜਿਸ ਨੇ ਆਪਣੀ ਆਤਮ ਕਥਾ ਲਿਖੀ ਸੀਗੀ। ਬਾਬਰ ਦੀ ਆਤਮ ਕਥਾ ਦਾ ਨਾਮ ਸੀਗਾ ਜੀ ਤੁਝ ਕੇ ਬਾਬਰੀ। ਇਹ ਤੁਰਕੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ। ਚਿੱਤਰਕਾਰੀ ਦੇ ਨਾਲ ਉਹਨਾਂ ਨੂੰ ਬਹੁਤ ਪਿਆਰ ਸੀ, ਇਸੇ ਲਈ ਇਸ ਨੂੰ ਵੀ ਚਿੱਤਰਕਾਰੀ ਦੇ ਨਾਲ ਨਵਾਜਿਆ ਗਿਆ ਹੈ। ਨੈਕਸਟ ਜੀ ਸਾਡਾ ਕੁਐਸਚਨ ਹੈ ਜੀ ਅਗਲਾ ਮਹੱਤਵਪੂਰਨ ਕੁਐਸਚਨ, ਬਹੁਤ ਹੀ ਮਹੱਤਵਪੂਰਨ ਕੁਐਸਚਨ ਇਸ ਬੁੱਕ ਦੇ ਵਿੱਚ। ਅਕਬਰ ਦਾ ਸਰਪ੍ਰਸਤ ਕੌਣ ਸੀ? ਅਕਬਰ ਦਾ ਸਰਪ੍ਰਸਤ ਕੌਣ ਸੀ? ਅਕਬਰ ਦਾ ਸਰਪ੍ਰਸਤ ਕੌਣ ਸੀ? ਹੇਠ ਲਿਖਿਆਂ ਵਿੱਚੋਂ ਬੈਰਮ ਖਾਂ, ਹਿਮਾਯੂ, ਸਲੀਮ ਜਾਂ ਸ਼ਾਹਜਹਾਂ। ਤਾਂ ਅਕਬਰ ਦਾ ਸਰਪ੍ਰਸਤ ਸੀਗਾ ਜੀ ਬੈਰਮ ਖਾਂ। ਹਿਮਾਯੂ ਨੇ ਬੈਰਮ ਖਾਂ ਨੂੰ ਅਕਬਰ ਦਾ ਸਰਪ੍ਰਸਤ ਬਣਾਇਆ ਸੀ। ਬੈਰਮ ਖਾਂ ਨੇ ਮੁਗਲ ਸਾਮਰਾਜ ਦੀ ਬਾਗਡੋਰ ਜਿਹੜੀ ਹੈ 1556 ਤੋਂ 1560 ਤੱਕ ਆਪਣੇ ਹੱਥਾਂ ਵਿੱਚ ਰੱਖੀ, ਕਿਉਂਕਿ ਅਕਬਰ ਉਸ ਸਮੇਂ ਬਾਲਗ ਨਹੀਂ ਹੋਇਆ ਸੀਗਾ। ਨੈਕਸਟ ਜੀ, ਬੰਗਾਲ ਵਿਭਾਜਨ 1905 ਵਿੱਚ ਉਸ ਦੇ ਵਿਰੋਧ ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ ਸੀ? ਬੰਗਾਲ ਵਿਭਾਜਨ 1905 ਦੇ ਵਿਰੋਧ ਵਿੱਚ ਕਿਹੜਾ ਅੰਦੋਲਨ ਚੱਲਿਆ ਸੀ ਜੀ? ਅਸਹਿਯੋਗ ਅੰਦੋਲਨ, ਸਿਵਲ ਨਾਫਰਮਾਨੀ,
ਭਾਰਤ ਛੱਡੋ ਅੰਦੋਲਨ, ਸਵਦੇਸ਼ੀ ਅੰਦੋਲਨ। ਆਨਸਰ ਹੈ ਜੀ ਸਵਦੇਸ਼ੀ ਅੰਦੋਲਨ। ਇਹਨੂੰ ਬੰਗ ਭੰਗ ਵੀ ਬੋਲਿਆ ਜਾਂਦਾ ਹੈ। ਸਿੱਖਿਆ ਦਾ ਅਧਿਕਾਰ ਕਿਹੜੀ ਸੋਧ ਰਾਹੀਂ ਭਾਰਤੀ ਨਾਗਰਿਕ ਨੂੰ ਦਿੱਤਾ ਗਿਆ? ਆਪਸ਼ਨ ਹੈ ਜੀ 86ਵੀਂ ਸੋਧ, 91ਵੀਂ ਸੋਧ, 73ਵੀਂ ਸੋਧ ਤੇ 82ਵੀਂ ਸੋਧ। ਆਨਸਰ ਹੈ ਜੀ 86ਵੀਂ ਸੋਧ ਰਾਹੀਂ ਇਹ ਭਾਰਤੀ ਵਿਦਿਆਰਥੀਆਂ ਨੂੰ, ਭਾਰਤੀ ਨਾਗਰਿਕਾਂ ਨੂੰ ਇੱਕ ਸਿੱਖਿਆ ਦਾ ਅਧਿਕਾਰ ਮਿਲਿਆ। ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਹੈ, ਕਿਸ ਨਾਲ ਸੰਬੰਧ ਹੈ ਜੀ? ਕੇਂਦਰ ਰਾਜ ਨਾਲ ਸੰਬੰਧ ਹੈ, ਬੈਂਕਿੰਗ ਪ੍ਰਣਾਲੀ ਨਾਲ ਸੰਬੰਧ ਹੈ, ਰੇਲਵੇ ਪ੍ਰਣਾਲੀ ਨਾਲ ਸੰਬੰਧ ਹੈ ਜਾਂ ਪੰਚਾਇਤੀ ਰਾਜ ਨਾਲ ਜਾਂ ਪੰਚਾਇਤ ਪ੍ਰਣਾਲੀ ਨਾਲ ਸੰਬੰਧ ਹੈ? ਤਾਂ ਪੰਚਾਇਤ ਪ੍ਰਣਾਲੀ ਦੇ ਨਾਲ ਇਹਨਾਂ ਦਾ ਸੰਬੰਧ ਹੈ। ਪਿਆਰੇ ਵਿਦਿਆਰਥੀਓ, ਐਸੇ ਤਰ੍ਹਾਂ ਹੀ ਅਸੀਂ ਅਗਲੀ ਵੀਡੀਓ ਦੇ ਵਿੱਚ ਕੁਝ ਮਹੱਤਵਪੂਰਨ ਕੁਐਸਚਨ ਲੈ ਕੇ ਆਵਾਂਗੇ। ਜੇ ਤੁਹਾਨੂੰ ਵੀਡੀਓ ਅੱਛਾ ਲੱਗਿਆ ਹੈ ਸ਼ੇਅਰ ਕਰੋ, ਜਰੂਰ ਸ਼ੇਅਰ ਕਰੋ। ਜੇ ਕੋਈ ਕਮੀ ਹੈ ਉਹ ਮੈਨੂੰ ਪਲੀਜ਼ ਸੁਜੈਸਟ ਕਰੋ ਤਾਂ ਜੋ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਉਸ ਚੀਜ਼ ਨੂੰ ਇੰਪਰੂਵਮੈਂਟ ਕਰ ਸਕੀਏ। ਉਹ ਸਭ ਠੀਕ ਠਾਕ ਹੈ। ਅਸੀਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ, ਧੰਨਵਾਦ।